ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਪਰਸੋਂ ਟਕੀਐ, ਤੁਧ ਡਿਠੇ ਸੱਚੇ ਪਾਤਸ਼ਾਹ, ਮਦ ਜਨਮ ਜਨਮ ਦੀ ਕੱਟੀਐ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਤੀ ਤਰਿਆ ਦੇ। ਗੁਰੂ ਨਾਨਕ ਜਿਨ ਸੁਨਿਆ ਵੇਖਿਆ, ਸੇ ਫਿਰ ਕਰ ਬਾਸਨਾ ਪਰਿਆਲੀ। ਗੁਰੂ ਨਾਨਕ ਜਿਨ ਸੁਨਿਆ ਵੇਖਿਆ, ਸੇ ਫਿਰ ਕਰ ਬਾਸਨਾ ਪਰਿਆਲੀ। ਜੁਗੋ ਜੁਗ ਅਟਲ ਚਵਰ ਸ਼ਤਰ ਤਖ ਦੇ ਮਾਲਕ, ਜਹਰਾ ਜਹੂਰ ਹਾਜ਼ਰਾ ਹਜ਼ੂਰ, ਸਰਬ ਕਲਾ ਭਰਪੂਰ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈ ਮਾਨ ਹੋਏ ਬੈਠੇ ਗੁਰੂ ਸਵਾਰੀ ਸਤ ਸੰਗੀ ਜਨੋ, ਬੜੇ ਭਾਗੀ ਹੋ ਜੋ ਕਿ ਸਤਿਗੁਰ ਜੀ ਦੀ ਰਹਿਮਤ ਬਖਸ਼ਿਸ਼ ਦੁਆਰਾ ਸੰਧਿਆ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਕਰ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾਉਣ ਦਾ ਯਤਨ ਕਰ ਰਹੇ ਹੋ। तो आओ साथ संगत जी, इस तरह की सोदर बाणी की विचार निरंतर चलती है। कल जो आप जी दे नाल सोदर बाणी का दूसरा शब्द विचारिया सी, जो कि अजे विचार अधीन है। कोशिश होएगी कि अज इस शब्द नूं पूर्ण तौर ते इस नूं विचारिया जा सके। सो आओ मन वृत्तियां नूं एकाग्र करिए, गुरु साहिब जी के चरणों के विच निवाइए सीस। असीं बड़े प्यार ते सत्कार दे नाल फतेह बुलाइए। आखी जी वाहिगुरू जी का खालसा, वाहिगुरू जी की फतेह। राहो दे बांदे अंदर सतगुर जी फरमान करते हैं, वड्डे मेरे साहिबा गहर गंभीरा गुणी गहीरा। ऐ मेरे बालक जी, तुसी वड्डे हो, गहर गंभीर हो, समुंदर की न्याई तुहाडे जिहड़े गुण ने वो भरे हुए। पर कल भी बेनती की सी कि वाहिगुरू परमात्मा गुणा दे समुंदर दे रंग दे नाल भरिया होया है, ते असीं भी समुंदर हाँ, असीं औगुणा दे नाल भरे हैं। तो सतगुर जी कह रहे हैं, कोई ना जाने तेरा कीता केवल चीरा। कोई भी नहीं जान सकता कि तेरा कितना बड़ा पसारा है, तो कितना फैलिया होया है। और उस परमात्मा के किते ना किते अंत नूं लभण वास्ते, उहदे पसारे का अंत पाण वास्ते कई लोग जिहड़े सन वख-वख श्रेणियां दे विच अपने अपने मन मतांतरां दे राहीं इस पासे लगे हुए सी कि कोई ऐसा दिन आएगा, कोई ऐसी व्योम, कोई ऐसा ढंग वरतिया जाएगा जिहदे नाल रब दा अंत पा लवांगे। तो सब की कोशिश है कि रब का अंत पाया जा सके। तो सतगुरु जी ने सानू समझाना किया कि उस परमात्मा के नाल तो अपने गुणों की सांझ ते बना सकता है, पर उसका अंत नहीं पा सकता। उस दरिया के विचों अपने मन की प्यास, उस अमृत बाणी के विचों अपने मन की प्यास ते बुझा सकता है। जे तू कहे कि मैं उस था समुंदर का अंत पा लवांगा जिहड़ा गुणां दे नाल भरपूर है, तो तेरे कोल होना नहीं। एक चिड़ी जिहड़ी है
ਉਹ ਇੱਕ ਚੌਂਚ ਦੇ ਵਿੱਚ ਪਾਣੀ ਭਰ ਕੇ ਕਵੇ ਕਿ ਮੈਂ ਸਮੁੰਦਰ ਨੂੰ ਪੀ ਲਿਆ ਹੈ, ਸਮੁੰਦਰ ਦਾ ਅੰਤ ਪਾ ਲਿਆ, ਤੇ ਨਹੀਂ ਹੋ ਸਕਦਾ। ਤਾਂ ਸਤਿਗੁਰੂ ਜੀ ਦੀ ਇਹ ਪਾਵਨ ਵਿਚਾਰ ਜਿਹੜੀ ਹੈ ਆਪ ਜੀ ਦੇ ਨਾਲ ਕੱਲ ਸਾਂਝੀ ਕੀਤੀ ਸੀ। ਅੱਜ ਸਤਿਗੁਰੂ ਜੀ ਕਹਿ ਰਹੇ ਨੇ, ਜੋ ਪਹਿਲੀਆਂ ਪੰਕਤੀਆਂ ਨੇ, ਆਸਾ ਮਹਲਾ ਪਹਿਲਾ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਸਾ ਰਾਗ ਦੇ ਅੰਦਰ ਇਸ ਪਾਵਨ ਸ਼ਬਦ ਨੂੰ ਜਿਹੜਾ ਹੈ ਉਚਾਰਨ ਕਰਦੇ ਹਨ, ਸੁਣ ਵੱਡਾ ਆਖੇ ਸਭ ਕੋਈ। ਕਿ ਹਰ ਇੱਕ ਜੀਵ ਰੱਬ ਦੀ ਜਿਹੜੀ ਗੱਲ ਹੈ ਸੁਣ ਕਰਕੇ ਆਖ ਦਿੰਦਾ ਕਿ ਰੱਬ ਬੜਾ ਵੱਡਾ ਹੈ। ਹਾਲਾਂਕਿ ਕਿਸੇ ਨੇ ਰੱਬ ਨੂੰ ਵੇਖਿਆ ਨਹੀਂ, ਬਸ ਇੰਨਾ ਹੈ ਕਹਿ ਦਿੰਦੇ ਨੇ ਸੁਣਿਆ ਸੁਣਾਇਆ ਕਿ ਰੱਬ ਬਹੁਤ ਵੱਡਾ ਹੈ, ਵੀ ਰੱਬ ਜਿਹੜਾ ਹੈ ਉਹਦਾ ਕੋਈ ਅੰਤ ਨਹੀਂ ਪਾ ਸਕਦਾ, ਕੇਵਲ ਵੱਡਾ ਵੱਡਾ ਆਖੀ ਜਾ ਰਿਹਾ। ਪਰ ਇਨਸਾਨ ਆਪਣੇ ਅੰਦਰ ਸੋਚ ਕੇ ਵੇਖੇ, ਜਦੋਂ ਅਸੀਂ ਰੱਬ ਨੂੰ ਵੱਡਾ ਕਹਿੰਦੇ ਹਾਂ ਉਦੋਂ ਕਿਹੜੀ ਕੰਡੀਸ਼ਨ ਹੁੰਦੀ ਹੈ, ਤੇ ਜਦੋਂ ਅਸੀਂ ਰੱਬ ਨੂੰ ਉਹ ਕਹਿਰ ਵਰਤਾਨ ਵਾਲਾ ਵੀ ਕਹਿ ਜਾਂਦੇ ਹਾਂ ਉਸ ਵੇਲੇ ਕਿਹੜੀ ਕੰਡੀਸ਼ਨ ਹੁੰਦੀ ਹੈ। ਮੰਨ ਲਓ ਇੱਕ ਇਨਸਾਨ ਨੂੰ ਖੁਸ਼ੀਆਂ ਬਣੀਆਂ, ਪਦਾਰਥ ਮਿਲੇ, ਕਿਸੇ ਪੁੱਤਰ ਦਾ ਜਨਮ ਹੋਇਆ, ਵਿਆਹ ਸ਼ਾਦੀ ਹੈ, ਉਦੋਂ ਕਹਿੰਦਾ ਹੈ ਉਸ ਪਰਮਾਤਮਾ ਦੀ ਦਇਆ ਹੈ, ਉਸਨੇ ਸਾਡੇ ਤੇ ਤਰੁੱਟ ਕਰਕੇ ਇਹ ਖੁਸ਼ੀਆਂ ਬਖਸ਼ਿਸ਼ ਕੀਤੀਆਂ। ਪਰ ਦੂਜੇ ਪਾਸੇ ਲੈ ਲਈਏ, ਜੇ ਘਰ ਦੇ ਵਿੱਚ ਮੌਤ ਹੋ ਜਾਵੇ, ਜੇ ਨੁਕਸਾਨ ਹੋ ਜਾਵੇ, ਕਿਸੇ ਤਰ੍ਹਾਂ ਦਾ ਐਕਸੀਡੈਂਟ ਹੋ ਜਾਵੇ, ਤੇ ਫਿਰ ਕੋਈ ਕਹੇਗਾ ਕਿ ਰੱਬ ਦੀ ਬੜੀ ਦਇਆ, ਉਹ ਕਹੇਗਾ ਰੱਬ ਨੇ ਬੜੀ ਕਰੂਪੀ ਕੀਤੀ। ਰੱਬ ਜਿਹੜਾ ਹੈ ਉਹਨੇ ਸਾਡੇ ਨਾਲ ਬੜਾ ਧਰੋਹ ਕਮਾਇਆ, ਉਸ ਨੂੰ ਅਸੀਂ ਪਤਾ ਨਹੀਂ ਕੀ ਕੁਝ ਕਹਿ ਜਾਂਦੇ ਹਾਂ। ਤੋ ਕਈ ਵਾਰੀ ਐਸਾ ਹੁੰਦਾ ਹੈ ਕਿ ਅਸੀਂ ਰੱਬ ਨੂੰ ਵੱਡਾ ਤੇ ਕਹਿ ਰਹੇ ਹਾਂ, ਪਰ ਨਾਲ ਨਾਲ ਰੱਬ ਨੂੰ ਜਿਹੜਾ ਹੈ ਅਸੀਂ ਉਸ ਨੂੰ ਕਰੋਪੀ ਵਾਲਾ ਵੀ ਕਹਿ ਰਹੇ ਹਾਂ, ਉਸ ਨੂੰ ਮਾੜਾ ਵੀ ਕਹਿ ਰਹੇ ਹਾਂ, ਉਸ ਨੂੰ ਕਈ ਵਾਰੀ ਚੰਗਾ ਕਹਿ ਦਿੱਤਾ, ਕਈ ਵਾਰੀ ਮਾੜਾ ਕਹਿ ਦਿੱਤਾ। ਪਰ ਜਿਹੜਾ ਹੈ ਸੁਣ ਸੁਣ ਕਰਕੇ ਆਖੀ ਜਾ ਰਹੀ ਹੈ ਕਿ ਸੁਣ ਵੱਡਾ ਆਖੇ ਸਭ ਕੋਈ, ਸੁਣ ਕਰਕੇ ਹੀ ਉਹਨੂੰ ਵੱਡਾ ਵੱਡਾ ਆਖੀ ਜਾ ਰਹੇ। ਤਾਂ ਸਤਿਗੁਰੂ ਜੀ ਕਹਿੰਦੇ ਕੇਵਟ ਵੱਡਾ ਡਿੱਠਾ ਹੋਏ, ਵੀ ਉਹ ਕਿਤਨਾ ਵੱਡਾ ਹੈ, ਕਿਤਨਾ ਬੇਅੰਤ ਹੈ। ਕਿਸੇ ਨੇ ਵੇਖਿਆ, ਕਿਸੇ ਨੇ ਉਸਦੇ ਦਰਸ਼ਨ ਕੀਤੇ ਹਨ ਵੀ ਕਿੰਨਾ ਵੱਡਾ ਹੈ, ਕਿਉਂਕਿ ਉਹ ਤਾਂ ਨਿਰਾਕਾਰ ਹੈ, ਉਹਦੇ ਤੇ ਦਰਸ਼ਨ ਹੋ ਨਹੀਂ ਸਕਦੇ। ਉਹ ਕੋਈ ਕਿਸੇ ਮੂਰਤੀ ਵਿੱਚ ਜਾਂ ਕਿਸੇ ਇੱਕ ਮਨੁੱਖੀ ਉਸ ਜਾਮੇ ਵਿੱਚ ਥੋੜੀ ਆ ਕਰਕੇ ਕਹੇਗਾ ਕਿ ਆ ਮੇਰੇ ਦਰਸ਼ਨ ਕਰ ਲਓ। ਉਹਦੇ ਦਰਸ਼ਨ ਤੇ ਹੋਣੇ ਨੇ ਉਹਦੇ ਗੁਣਾਂ ਦੇ ਨਾਲ ਸਾਂਝ ਪਾ ਕਰਕੇ। ਤੋ ਜਦੋਂ ਅਸੀਂ ਉਸ ਪਰਮਾਤਮਾ ਦੇ ਦਰਸ਼ਨ ਕਰਨ ਦੀ ਗੱਲ ਕਰਦੇ ਹਾਂ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪਾਵਨ ਸ਼ਬਦ ਹੈ, ਉਹਦੇ ਵਿੱਚ ਜਦੋਂ ਗੁਰੂ ਸਾਹਿਬ ਜੀ ਕੋਈ ਵੀ ਬਾਣੀ ਉਚਾਰਨ ਕਰਦੇ ਤੇ ਦੋ ਪਾਤਰ ਜਿਹੜੇ ਨੇ ਘੜ ਦਿੰਦੇ ਨੇ, ਇੱਕ ਪਾਤਰ ਸੁਹਾਗਣ ਵਾਲਾ, ਇੱਕ ਦੁਹਾਗਣ ਵਾਲਾ। ਪਰ ਇੱਥੇ ਜਿਹੜੀ ਇੱਕ ਜੀਵ ਇਸਤਰੀ, ਇੱਕ ਗੱਲ ਹੋਰ ਕਵਾਂ, ਅਸੀਂ ਜਿਤਨੇ ਵੀ, ਚਾਹੇ ਕੋਈ ਮਰਦ ਹੈ ਚਾਹੇ ਕੋਈ ਇਸਤਰੀ ਹੈ, ਅਸੀਂ ਸਾਰੀ ਜੀਵ ਇਸਤਰੀਆਂ ਹਾਂ। ਔਰ ਅਕਾਲ ਪੁਰਖ ਵਾਹਿਗੁਰੂ ਇੱਕੋ ਇੱਕ ਜਿਹੜਾ ਹੈ ਉਹ ਸਾਡਾ ਪਤੀ ਪਰਮੇਸ਼ਰ ਹੈ, ਤੇ ਉਹਨੇ ਸਾਨੂੰ ਵਿਆਹ ਕਰਕੇ ਇਸ ਪੇਕੇ ਘਰ ਵਿੱਚੋਂ ਸਹੁਰੇ ਘਰ ਲੈ ਕੇ ਜਾਣਾ ਹੈ। ਤੇ ਸਹੁਰੇ ਘਰ ਉਸ ਜੀਵ ਇਸਤਰੀ ਦੀ ਤਾਂ ਹੀ ਕਦਰ ਪੈਂਦੀ ਹੈ ਜੇ ਪੇਕੇ ਘਰ ਦੇ ਵਿੱਚ ਕੁਝ ਸਿੱਖਿਆ ਹੋਵੇ। ਜਿਵੇਂ ਦੁਨਿਆਵੀ ਤੌਰ ਤੇ ਆਪਾਂ ਵੇਖਦੇ ਹਾਂ, ਜਿਹੜੇ ਮਾਵਾਂ ਆਪਣੀਆਂ ਬੱਚਿਆਂ ਨੂੰ ਕੋਈ ਸਿਲਾਈ ਕਢਾਈ ਔਰ ਖਾਣਾ ਕੁਕਿੰਗ ਦਾ ਜਿਹੜਾ ਹੈ ਸਾਰਾ ਕੰਮ ਸਿਖਾਉਂਦੀਆਂ ਨੇ, ਉਹ ਸਹੁਰੇ ਘਰ ਵਿੱਚ ਜਾ ਕਰਕੇ ਇੱਜ਼ਤ ਪੱਤ ਜਿਹੜੀ ਹੈ ਉਹਨਾਂ ਦੀ ਜਿਹੜੀ ਹੈ ਇੱਜ਼ਤ ਬਣਦੀ ਹੈ, ਸਤਿਕਾਰ ਬਣਦਾ ਹੈ ਕਿ ਬੜਾ ਕੁਝ ਸਿੱਖ ਕੇ ਆਈ ਹੈ। ਦਾਜ ਤੇ ਦਿੱਤਾ ਹੋਇਆ ਕਈ ਵਾਰੀ ਪੁਰਾਣਾ ਹੋ ਜਾਂਦਾ, 10 ਸਾਲਾਂ ਬਾਅਦ 8 ਸਾਲਾਂ ਬਾਅਦ ਫਰਿੱਜ ਦਿੱਤੀ ਪੁਰਾਣੀ ਹੋ ਗਈ, ਏਸੀ ਦਿੱਤੀ ਖਰਾਬ ਹੋ ਗਈ, ਗੱਡੀ ਦਿੱਤੀ ਖਰਾਬ ਹੋ ਗਈ। ਪਰ ਜਿਹੜਾ ਇਹ ਦਾਜ ਹੈ ਇਹ ਕਿਤਨਾ ਵੱਡਾ ਦਾਜ ਹੈ ਕਿ ਜਿਹੜਾ ਜਦੋਂ ਮਾਂ ਆਪਣੀ ਧੀ ਨੂੰ ਦੇ ਕਰਕੇ ਤੋਰਦੀ ਹੈ, ਚੰਗੇ ਸੰਸਕਾਰ ਪਾ ਕੇ ਦਿੰਦੀ ਹੈ, ਇੱਕ ਉਹ ਜਦੋਂ ਧੀ ਸਹੁਰੇ ਘਰ ਦੇ ਵਿੱਚ ਜਾਂਦੀ ਹੈ ਉੱਥੇ ਇੱਜ਼ਤ ਮਾਣ ਪਾਉਂਦੀ ਹੈ। ਤੇ ਕਈ ਵਾਰ ਐਸਾ ਹੁੰਦਾ ਹੈ ਦਾਜ ਦੇ ਲੋਭੀ ਜਿਹੜੇ ਨੇ ਕੇਵਲ ਤਾਂ ਕੇਵਲ ਦਾਜ ਵੇਖ ਕਰਕੇ ਵਿਆਹ ਕਰ ਦਿੰਦੇ ਨੇ, ਤੇ ਫਿਰ ਬਾਅਦ ਵਿੱਚ ਪਛਤਾਉਂਦੇ ਨੇ ਕਿ ਦਾਜ ਤੇ ਜ਼ਰੂਰ ਆਇਆ ਪਰ ਗੁਣਾ ਵਾਲਾ ਜਿਹੜਾ ਹੈ ਦਾਜ ਨਹੀਂ ਆਇਆ। ਗੁਨਾਹ ਕਰਕੇ ਕੀ ਹੈ, ਜਦੋਂ ਰੋਟੀ ਨਹੀਂ ਪਕਾ ਕੇ ਦਿੰਦੀ, ਰੋਟੀ ਪਕਾਣੀ ਨਹੀਂ ਆਉਂਦੀ, ਸਾੜ ਕੇ ਰੋਟੀਆਂ ਦੇਵੇਗੀ, ਚੰਗੀ ਤਰ੍ਹਾਂ ਸਬਜ਼ੀ ਨਹੀਂ ਬਣਾਉਣੀ ਆਉਂਦੀ, ਬਰਤਨ ਉਵੇਂ ਪਏ ਨੇ
ਚੱਕੇ ਨਹੀਂ ਗਏ। ਤੇ ਫਿਰ ਕਹਿੰਦਾ ਵੀ ਵਿਆਹ ਤੇ ਕੀਤਾ ਪਰ ਸੇਵਾ ਕਰਨੀ ਨਹੀਂ ਆਉਂਦੀ ਹੈ। ਤੋ ਇਹ ਜਿਹੜਾ ਹੈ, ਇਹ ਜਿਹੜਾ ਸਾਡੇ ਸਮਾਜਿਕ ਇੱਕ ਬਹੁਤ ਵੱਡਾ ਦੁਖਾਂਤ ਹੈ। ਅਸੀਂ ਕਈ ਵਾਰੀ ਦਾਜ ਵੇਖ ਕਰਕੇ ਵਿਆਹ ਜਿਹੜਾ ਹੈ ਪ੍ਰਵਾਨ ਕਰਦੇ ਨੇ ਵੀ ਦਾਜ ਬੜਾ ਆਣਾ, ਪਰ ਦਾਜ ਤੇ ਪੁਰਾਣਾ ਹੋ ਜਾਣਾ। ਦਾਜ ਕੋਈ ਇੱਕ ਵਾਰੀ ਗੱਡੀ ਦੇ ਦੇਗਾ, ਗੱਡੀ ਸਾਰੀ ਉਮਰ ਥੋੜੀ ਚੱਲਣੀ। ਗੱਡੀ ਤੇ ਤਾਂ ਚੱਲਣੀ ਹੈ ਜੇ ਚੰਗੇ ਗੁਣ ਹੋਣਗੇ। ਔਰ ਇੱਕ ਗੱਲ ਹੋਰ ਆਖਾਂ, ਜਿਹੜੀ ਚੰਗੇ ਗੁਣਾਂ ਵਾਲੀ ਜਿਹੜੀ ਧੀ ਹੋਵੇਗੀ ਉਹਨੇ ਦਾਜ ਤੇ ਪਤਾ ਨਹੀਂ ਕਿੰਨਾ ਬਣਾ ਲੈਣਾ, ਉਹ ਤੇ ਖਾਲੀ ਘਰ ਨੂੰ ਵੀ ਭਰ ਦੇਗੀ। ਜਿਹੜੇ ਮਾੜੇ ਗੁਣਾਂ ਵਾਲੀ ਹੈ, ਜਿਹਨੂੰ ਕੋਈ ਕਿਸੇ ਤਰ੍ਹਾਂ ਦੀ ਸਮਝ ਨਹੀਂ, ਉਹਨੇ ਭਰੇ ਘਰ ਨੂੰ ਵੀ ਖਾਲੀ ਕਰਕੇ ਰੱਖ ਦੇਣਾ। ਤੋ ਸਤਿਗੁਰੂ ਜੀ ਕਹਿੰਦੇ ਨੇ ਅਸੀਂ ਸਾਰੇ ਜੀਵਿਤ ਇਸਤਰੀਆਂ ਤੇ ਉਹ ਇੱਕੋ ਇੱਕ ਮਾਲਕ ਜਿਹੜਾ ਹੈ ਉਹ ਸਾਡਾ ਪਤੀ ਪਰਮੇਸ਼ਰ ਹੈ। ਤੇ ਗੁਰਬਾਣੀ ਦਾ ਵਾਕ ਹੈ, ਇਸ ਜਗ ਮੇਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਦਾਈ। ਹੋਰ ਜਿਤਨੇ ਵੀ ਅਸੀਂ ਜੀਵ ਹਾਂ ਉਹ ਸਾਰੇ ਅਸੀਂ ਉਸ ਦੀਆਂ ਜੀਵ ਇਸਤਰੀਆਂ ਹਾਂ। ਤੋ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਪ੍ਰਮਾਤਮਾ ਦੇ ਦਰਸ਼ਨ ਕਰਨ ਵਾਲੀ ਜੀਵ ਇਸਤਰੀ ਨੂੰ ਸਮਝਾਉਂਦੇ ਨੇ। ਇੱਕ ਜੀਵ ਇਸਤਰੀ ਸਤਸੰਗੀ ਦੂਸਰੀ ਸਤਸੰਗੀ ਨੂੰ ਕਹਿੰਦੀ ਹੈ ਵੀ ਤੂੰ ਪਤੀ ਪਰਮੇਸ਼ਰ ਦਾ ਜਿਹੜਾ ਸੁਖ ਮਾਣਿਆ ਹੈ, ਉਸ ਨੂੰ ਪਾਇਆ ਹੋਇਆ, ਤੂੰ ਉਹਦੇ ਦਰਸ਼ਨ ਕੀਤੇ ਨੇ, ਗੁਣਾਂ ਦੇ ਨਾਲ ਸਾਂਝ ਬਣਾਈ, ਤੂੰ ਬੜੀ ਸਤਿੱਧੀ ਹੈ, ਤੂੰ ਚੰਗੇ ਗੁਣਾਂ ਵਾਲੀ ਹੈ, ਤੇਰੇ ਅੰਦਰ ਰੱਬੀ ਗੁਣ ਹਨ, ਤੇਰੇ ਵਿੱਚ ਤੇ ਪਤੀ ਪਰਮੇਸ਼ਰ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੇ ਭੇਦ ਭਾਵ ਨਹੀਂ ਹੈ। ਤੇ ਤੂੰ ਦੱਸ, ਮੇਰਾ ਵੀ ਜੀ ਕਰਦਾ ਮੈਂ ਵੀ ਆਪਣੇ ਉਸ ਪਤੀ ਪਰਮੇਸ਼ਰ ਨੂੰ ਰਜਾ ਲਵਾਂ। ਇੱਥੇ ਪਤੀ ਪਰਮੇਸ਼ਰ ਦੀ ਗੱਲ ਹੋ ਰਹੀ ਹੈ, ਨਾ ਕਿ ਦੁਨੀਆ ਦੇ ਕਿਸੇ ਪਤੀ ਦੀ ਗੱਲ ਹੋ ਰਹੀ। ਤਾਂ ਉੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਇੱਕ ਜੀਵ ਇਸਤਰੀ ਕਹਿੰਦੀ ਹੈ ਕਿ ਦੱਸ ਵੀ ਮੈਂ ਉਸ ਪਰਮਾਤਮਾ ਨੂੰ ਕਿਸ ਤਰ੍ਹਾਂ ਮਿਲਾਂ, ਉਸ ਪਤੀ ਪਰਮੇਸ਼ਰ ਨੂੰ ਕਿਸ ਤਰ੍ਹਾਂ ਦੇ ਜਾਵਾਂ। ਕਹਿੰਦੇ ਕਿ ਸੁਣ ਸਕੀਏ ਪ੍ਰਭ ਮਿਲਨ ਨਿਸ਼ਾਨੀ, ਮਨ ਤਨ ਅਰਪ ਤਜ ਲਾਜ ਬਖਾਨੀ। ਵੀ ਮੈਂ ਤੈਨੂੰ ਉਸ ਪਤੀ ਪਰਮੇਸ਼ਰ ਦੇ ਮਿਲਣ ਵਾਸਤੇ ਤੈਨੂੰ ਕੁਝ ਨਿਸ਼ਾਨੀਆਂ ਦੱਸਦੀਆਂ, ਕੋਈ ਤਰੀਕਾ ਦੱਸਦੀਆਂ ਵੀ ਉਸ ਰੱਬ ਨੂੰ ਕਿਸ ਤਰ੍ਹਾਂ ਮਿਲਿਆ ਜਾਵੇ। ਕਹਿਣ ਲੱਗੇ ਪਹਿਲਾ ਤਰੀਕਾ ਇਹ ਹੈ, ਮਨ ਤਨ ਅਰਪ। ਮਨ ਤੇ ਤਨ, ਜਿੱਥੇ ਮਨ ਅਰਪ ਦਿੱਤਾ ਉੱਥੇ ਤਨ ਵੀ ਅਰਪਿਆ ਜਾਂਦਾ ਹੈ। ਹੁਣ ਆਪਾਂ ਇਹ ਨਹੀਂ ਕਹਿ ਸਕਦਾ ਕਿ ਮਨ ਚੰਗੇ ਕਰਮ ਕਰ ਰਿਹਾ ਤਨ ਵੀ ਕਰ ਰਿਹਾ। ਜੇ ਮਨ ਕਰ ਰਿਹਾ ਤੇ ਤਨ ਵੀ ਕਰ ਰਿਹਾ, ਜੇ ਜਿੱਥੇ ਤਨ ਜਾਏਗਾ ਉੱਥੇ ਮਨ ਵੀ ਜਾਏਗਾ। ਹੁਣ ਗੁਰਬਾਣੀ ਦੇ ਵਿੱਚ ਵੀ ਆਪਾਂ ਪੜ੍ਹਦੇ ਹਾਂ, ਮਨ ਮੈਲੇ ਸਭ ਕੁਝ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ। ਜੇ ਮਨ ਮੈਲਾ ਹੈ ਤੇ ਤਨ ਵੀ ਮੈਲਾ ਹੋ ਗਿਆ। ਤਨ ਧੋਤਿਆ ਮਨ ਅੱਛਾ ਨਹੀਂ ਹੁੰਦਾ। ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਵੀ ਕਿਹਾ ਸੀ, ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੇ ਉਤਰ ਸਕੇ, ਮੂਤ ਪਲੀਤੀ ਕੱਪੜ ਹੋਏ ਤੇ ਸਾਬੂਨ ਲਈਏ ਕੋਈ। ਇਹਦੇ ਬਾਹਰੀ ਕਿਰਿਆ ਦੀ ਗੱਲ ਕੀਤੀ। ਜੇ ਕਿਸੇ ਦੇ ਹੱਥ ਪੈਰ ਜਿਹੜੇ ਨੇ ਮਲੀਨ ਹੋ ਜਾਣ, ਮੈਲੇ ਹੋ ਜਾਣ, ਤੇ ਉਹਨਾਂ ਨੂੰ ਸਾਬਣ ਦੇ ਨਾਲ ਧੋਤਾ ਜਾਂਦਾ ਹੈ। ਪਰ ਜੇ ਕਿਤੇ ਮਨ ਮੈਲਾ ਹੋ ਜਾਵੇ, ਉੱਥੇ ਕਿਹਾ ਹੈ ਕਿ ਭਰੀਏ ਮਤ ਪਾਪਾ ਕੇ ਸੰਗ, ਉਹ ਧੋਪੈ ਨਾਵੇ ਕੇ ਰੰਗ। ਜਦੋਂ ਮਤ ਮਲੀਨ ਹੋ ਜਾਂਦੀ ਹੈ, ਉਹ ਨਾਮ ਦੇ ਰੰਗ ਦੇ ਨਾਲ ਧੋਤੀ ਜਾਂਦੀ ਹੈ। ਸਤਿਗੁਰੂ ਜੀ ਤੇ ਕਹਿੰਦੇ, ਸੁਣ ਸਕੀਏ ਪ੍ਰਭ ਮਿਲਨ ਨਿਸ਼ਾਨੀ, ਮਨ ਤਨ ਅਰਪ। ਮਨ ਤੇ ਤਨ ਅਰਪ ਦੇ ਉਸ, ਮਨ ਤਨ ਅਰਪ ਤਦ ਲਾਜ ਲਗਾਨੀ। ਦੁਨੀਆ ਦੀ ਲਾਜ ਜਿਹੜੀ ਹੈ ਉਹ ਛੱਡ ਕਰਕੇ ਉਸ ਇੱਕ ਪਰਮਾਤਮਾ ਨੂੰ ਕਿਹਾ। ਪਰ ਅੱਜ ਆਪਾਂ ਵੇਖਦੇ ਹਾਂ, ਬੰਦਾ ਆਪਣੀ ਲਾਜ ਕਰਕੇ ਨਾ ਆਪਣਾ ਨੱਕ ਕੰਨ ਰੱਖਣ ਵਾਸਤੇ ਬੜੇ ਜਿਹੜੇ ਹਨ ਕਾਰਜ ਕਰਦਾ ਹੈ ਕਿ ਮੇਰਾ ਨੱਕ ਨਹੀਂ ਰਹਿਣਾ ਜੇ ਇਹ ਕੰਮ ਮੈਂ ਨਾ ਕੀਤਾ, ਇਹ ਕੰਮ ਨਾ ਕੀਤਾ, ਸੁਸਾਇਟੀ 'ਚ ਮੇਰੀ ਕੀ ਇੱਜ਼ਤ ਰਹੇਗੀ ਜੇ ਮੈਂ ਇਸ ਤਰ੍ਹਾਂ ਨਾ ਕੀਤਾ। ਇਹਦੇ ਵਾਸਤੇ ਇਨਸਾਨ ਬਹੁਤ ਕੁਛ ਉਪਰਾਲੇ ਕਰਦਾ ਹੈ। ਔਰ ਘਰ ਦੇ ਵਿੱਚ ਜਿਹੜਾ ਹੈ ਧਨ ਪਦਾਰਥ ਜੋੜਨ ਵਾਸਤੇ ਵੀ ਕਈ ਤਰ੍ਹਾਂ ਦੇ ਪ੍ਰੋਪੋਗੰਡੇ ਕਰਦਾ ਹੈ, ਪਰਪੰਚ ਕਰਦਾ। ਜਿਹਨੂੰ ਕਬੀਰ ਸਾਹਿਬ ਜੀ ਨੇ ਕਿਹਾ ਸੀ, ਬਹੁ ਪਰਪੰਚ ਕਰ ਪਰ ਧਨ ਲਿਆਵੇ, ਸੁਧ ਦਾਰਾ ਪੇ ਆਨ ਲੁਟਾਵੇ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਿਬੇਰਾ ਤੇਰੇ ਜੀ ਪੈ ਜਾਏ। ਪਰਪੰਚ ਕਰਕੇ ਧੀਆਂ ਪੁੱਤਰਾਂ ਦਾ ਪਾਲਣ ਪੋਸ਼ਣ ਕਰਦਾ। ਜੇ ਇੱਕ ਨੰਬਰ ਦੀ ਕਮਾਈ ਵਿੱਚ ਉਹ ਧਨ, ਉਹ ਜਿਹੜੀਆਂ ਚੀਜ਼ਾਂ ਨਹੀਂ ਮਿਲ ਰਹੀਆਂ, ਤੇ ਫਿਰ ਕਹਿੰਦਾ ਵੀ ਗੱਡੀ ਲੈਣੀ ਬੜੀ ਜ਼ਰੂਰੀ ਸੀ, ਵੀ ਆਹ ਕਰਮ ਕਰਨ ਦੇ ਨਾਲ ਮੈਂ ਜਿਹੜਾ ਹੈ ਆਪਣਾ ਘਰ ਭਰ ਲਵਾਂਗਾ, ਬੱਚਿਆਂ ਨੂੰ ਚੰਗੇ ਸਕੂਲੇ ਪੜ੍ਹਾ ਲਵਾਂਗਾ। ਉਹਦੇ ਵਾਸਤੇ ਫਿਰ ਪ੍ਰਪੰਚ ਕਰਦਾ ਹੈ। ਜੇ ਮੇਰੇ ਘਰ ਵਾਲੇ ਨੂੰ ਕਹਿਣੇ ਨਾ ਹੋਏ ਤੇ ਮੈਨੂੰ ਘੱਟੋ ਘੱਟ ਲੋਕ ਕੀ ਕਹਿਣਗੇ, ਇਸਨੇ ਇਸ ਤਰ੍ਹਾਂ ਕੀਤਾ ਹੋਇਆ। ਜੇ ਵਿਆਹ ਸ਼ਾਦੀ ਵਿੱਚ ਮੈਂ ਘੱਟ ਖਰਚਾ ਕੀਤਾ ਤੇ ਲੋਕੀ ਕੀ ਕਹਿਣਗੇ,
इस तरह दियां अपना नक रखने वास्ते, अपनी लाज लुकानी, लाज रखने वास्ते लोगों सामने इस तरह के कर्म करता है। तो सतगुरु जी कहते हैं कि जिहड़ा इस तरह का कर्म करता, कबीर साहब कहते बहु परपंच कर परतन लियावे, सुत दारा पे आन बटावे, मन मेरे भुले कपट न कीजे, अंत नवेरा तेरे जी प्यारी है। तेरे जिंद जान को ही एक सारा लेखा जोखा होना है। तो कबीर साहब जी ने बहुत सोहना एक शब्द किया, कहते हैं कि जदों एक विषयी पंज विकारां दे विच ग्रसिया होया मनुख जदों इस माया दी उस प्रभाव दे हेठां आ जाता है तो वो किस तरह की कर्म करता है। कहते हैं कि जदों माया जिहड़ी है उसदे उत्ते प्रभाव पाउंदी है तो जिहड़ा है वो उस तो किस तरह करता है। कहने लगे इकत पत्थर पर पुरकट इकत पत्थर पर पानी, आस पास पंच जोगियां बैठे, बीच नकट दे रानी। कहने लगे पंज जिहड़े विकार जिन्हां लोकां दे विच सन, जिहड़े विषयी बंदा दे बंदा सन, उन्होंने की कीता कि एक भांडे दे विच कुकड़ रिन कर मांस रिन करके रख लिया, दूजे भांडे दे विच उन्होंने शराब रख ली ते चारों जने जिहड़े वो विषयी बंदे से चारे पासे बैठ गए। आस पास पंच जोगियां बैठे, बीच नकट दे रानी। अंदर निलज माया जिहड़ी उन्हां दे अंदर प्रभाव पा रही सी, जिसने किसी नूं छड्डिया नहीं इस माया के प्रभाव ने। कहने लगे वो उन्हां दे अंदर बढ़ करके ये सारा कुछ कर रही सी। कहने लगे नकटी को ठनकन बाडा दो, किने विवेकी काटी। कहने लगे ये जिहड़ी नकटी है, निलज माया है, इसने अपना बाजा जिहड़ा है सारे संसार में बजाया हुआ, सारा संसार ये बाजे नूं सुन रहा है और इन्हें अपना चंगी तरह प्रभाव पाया है। कहने लगे नकटी को ठनगन बाडा दो, किने विवेकी काटी तू। कहने सगल माही नकटी का वासा, सगल मार औ हैरी। कहने लगे सगलिया की हो बहन भांजी, जिन्हें बरी तिस चेरी। कहने लगे सगली में नकटी का वासा, सारियां दे विच इस माया दा, इस निलज माया दा प्रभाव है। सगल मार और हैरी, और ये जिहड़ी इतनी प्रभावशाली है, ये लोग उन्हां लोकां नूं उन्हां जीवां दे उत्ते प्रभाव पा के जिहड़े इहदे प्रभाव थल्ले आ गए ने, फिर होर कौन ना वेखदी है कि मैं कोई रह तां नहीं गया जिन्हों मैं अपने प्रभाव के अधीन लै सकां। फिर कहने लगे सगलियां की हो बहन बांजी, जिन्हें बरी तिस बेरी। कहने लगे जे सारियां नूं कहंदी मैं तुहाडी भैण हां, तुहाडी भैणवी हां, ते सारे जने जिहड़े हन इस माया नूं एकत्र करन दे विच लोचदे हन कि असीं जितनी जादी माया इकट्ठी कर सकीए। सगलियां की हो बहन बांजी, जिन्हें बरी तिस चेरी। कहने जिसने इसका प्रभाव नहीं कबूलिया, कहने लगे जिन्हें इसनूं ब्याह लिया है ओदी इह चेरी है, ओदी इह चेली है। ते अगे कहंदे ने कबीर साहब, कहने लगे सगलिया की हो बहन बांजी, जिन्हें बरी तिस चेरी। हमरो भरता बड़ो विवेकी, आपे संत कहावे, ओ हमारे माथे कायम और हमारे नित नावे। कहना जिहड़ा बड़ा विवेकवान है, विचारवान है, वो ते इहदा पति बन गया, ते जिहड़ा जिसनूं कोई समझ नहीं, जिहड़ा अज्ञानता दे हनेरे विच है, वो कहने लगा वो इहदे प्रभाव थल्ले आ जाता है। अगे कहते ने नाको काटी, कानो काटी, काट कूट के डारी। कहने लगे जिहड़े संत जन सन, जिहड़े इन्हां ने गुरु की संगत कीती सी, कहने लगे उन्होंने इस माया दे प्रभाव नूं कबूलिया नहीं, उन्होंने सगों इस माया दे नक ते कन दोनों कट दिते। हुण नक ते कन की हुंदे? नक रखने वास्ते इंसान इस तरह के कर्म करता है, लोग विखावा करता है, हर जगह ते लोग विखावा। ते जदों नक जदों अपना सोचता है कि हुण मेरा नक उच्चा हो गया, ते फिर कंधां दे नाल सुनदा है किते कोई मेरी वडियाई कर रहा है कि मैं इतना खर्चा किया, इतना मैं आ सारा कर्म कर रहा, मैं इन्नी सेवा कर रहा, कोई मैनू कोई चंगा भी कह रहा सुनता है। जे कोई उनको चंगा कह दे भाई तू बड़ा वधिया कीता, फिर तो भुल जाएगा। तो जे कोई कह दे भाई नहीं हूँ ताई कोई रह गई है, फिर बड़ा दुखी होता है भी मैं नक ते अपना उच्चा रखने वास्ते ये कर्म किया, पर होया कि भी मैनू तो जेड़ा मैं सुनना चाहता सी वो सुनिया नहीं। कहने लगे नाको काटी, कानो काटी, काट कुट के डारी। कहो कबीर संतन की बैरन, तीन लोक की प्यारी। ते सतगुरु जी कहते ने सुन सखिए प्रभ मिलन निशानी, मन तन अर्प तज लाज लकानी। इस संसार की लाज छड़ करके
कि अगे फिर क्या है, सह की सार सुहागन जाने तद अभिमान। कह लगे सह की सार सुहागन जाने, जेड़ी सुहागन है वो सह की सार जाने, सह की सार सुहागन जाने तजे अभिमान मनिया माने, फिर सो राती रलिया माने। कह लगे जेड़ा अपने मान अभिमान नूं छड्ड दे, जेड़े रब दे उस गुणा नूं धारण कर लवे, वो असल में जीव इस्त्री रब नूं पा जाती है। सखी सहेली को समझावे, कहने लगी सखी फिर अपनी उस सहेली नूं समझाती है। कहने लगी सोई कमावे जो प्रभ पावे, उहियो कमा जो रब नूं पा जावे। सां सुहागन अंक समावे, जे तेनों उस रब दे हुक्म में चलेगी, उसके गुणा नूं धारण करेगी, तो फिर की होवेगा, तेनों रब मिल जाएगा, तू ਉਹਦੇ अंग दे नाल मिल जाएगी, ਉਹਦੇ नाल तेरा मिलाप हो जाएगा। गर्भ गहेली महल ना पावे, जेड़ी अहंकार विच रती हुई जीव इस्त्री है वो उस परमात्मा नूं नहीं पा सकती। गर्भ गहेली महल ना पावे, फिर पछतावे जब रैण भी आवे। फिर पछताउंदी है जदों जिंदगी दी रात लंघ जाती है, फिर पछतावा पैंदा है। गर्भ फिर अगे क्या, फिर पछतावे जब रैण विहावे, कर्महीन मनमुख दुख पावे। जे मन भागण जीव इस्त्री अपने कर्मां के अनुसार दुख पाउंदी है। ते अगे सतगुरु जी कहते ने बिनो करी जे जाना, बिनो करी मैं उस परमात्मा के अगे तां अरदास करा जे वो दूर होवे, वो तो मेरे अंदर है, वो तो मेरे कोल है। क्योंकि सतगुरु जी कहते हैं केवट बड़ा डिठा होए, ਉਹਦੇ दर्शन ते मैं अंदर ही करने हैं। बिनो करी जे जाना दूर, प्रभ अबनासी रहा भरपूर, जन नानक गावे देख। उस परमात्मा के गुण गुरु नानक साहब जी कहते मैं हमेशा गाना हाँ। पंजवें नानक कह रहे ने जे वो दूर होंदा ते तां ते मैं अरदास करता लम्मियां लम्मियां कि सतगुरु जी बख्श लो। वो रब ते मेरे अंदर ही है, ते इस करके मैं उसको दूर नहीं जानता। बिनो करी जे जाना दूर, प्रभ अविनाशी रहा भरपूर, वो ना नाश होने वाला हर जगह ते व्यापक है। जन नानक गावे देख दूर, उसदे ते गुण गाने जिहड़े हन उसनूं हमेशा अपने कोल समझदा वेख ते उसदे गुण गा। सतगुरु जी कहते सुन वड्डा आखे सब कोए, केवट वड्डा डिठा होए कोई बयान नहीं कर सकता। पर उसके दर्शन जिहड़े हन गुणा दे नाल कीते जा सकते हैं। कीमत पाए ना कहा जाए, ਉਹਦੇ तुल कोई भी नहीं, कोई कवे मैं ਉਹਦੀ कीमत पा लवांगा। ते सतगुरु जी की बाणी कहती है कंचन स्यों पाईए नहीं तोल, मन दे राम लिया है मोल। हुण बाजार दे विच आपां कोई चीज जिहड़ी खरीदनी होवे ਉਹਦਾ ਮੁੱਲ ਦੱਸਿਆ ਜਾਂਦਾ ਵੀ ਇਹਨੂੰ ਤੁਹਾਨੂੰ ਤੈਨੂੰ इतनी कीमत देनी पएगी। पर रब दे नाम की कोई कीमत थोड़ी है। हाँ वो गल वखरी है, रब दे नाम के उत्ते जिहड़ा धंधा जिहड़ा चल रहा है ਉਹਦੇ ਉੱਪਰ ਤੇ ਕਿਹਾ ਜਾ ਸਕਦਾ ਹੈ ਵੀ ਇੰਨੇ ਪਾਠ ਸਾਡੇ ਕਰਦੇ ਹੋ ਅਸੀਂ ਤੁਹਾਨੂੰ ਇੰਨੀ ਭੇਟਾ ਦੇਵਾਂਗੇ, ਤੁਸੀਂ ਆਹ ਕਰੋ ਤੇ ਆਹ ਭੇਟਾ ਤੁਹਾਨੂੰ ਮਿਲ ਜਾਏਗੀ। ਜਿਹੜਾ ਕਈ ਵਾਰ ਐਸਾ ਹੁੰਦਾ ਹੈ ਵੀ ਖੰਡ ਪਾਠ ਸਾਹਿਬ ਗੁਰਦੁਆਰੇ ਇੰਡੀਆ ਦੇ ਵਿੱਚ ਰੱਖਿਆ ਹੁੰਦਾ ਹੈ, ਇਨਸਾਨ ਲਿਖਾਣ ਵਾਲਾ ਅਮਰੀਕਾ ਕੈਨੇਡਾ ਵਿੱਚ ਬੈਠਾ ਹੈ, ਉਸ ਨੂੰ ਕੋਈ ਪਤਾ ਨਹੀਂ किस तरह चल रहा किस तरह नहीं, उन्हें कोई सुनिया नहीं, केवल का केवल डॉलर भेज करके एक हुक्मनामा उसनों उत्थे दे दिता जाता है, ਉਹਦੇ ਵਿੱਚ भी खुश हो जाता है मैं धर्मी बन गया। तो जिथे इंसान ने कपड़े बने बनाए खरीदने ਜਿਹੜੇ ਹਨ इस का सुभाव बन गया कि बने बनाए कपड़े मिल गए, बना बनाया रेस्टोरेंट खाना लै लिता, होर बना बनाया सारा समान मिल जाता। यह सोचता है कि धर्म कर्म ही जोड़ा है बना बनाया मिलता, मैनू कुछ ना करना पए। तो सतगुरु जी कहते कीमत पाए ना कहा जाए, ऐ परमात्मा तेरे तेरे स्वरूप का बयान नहीं किया जा सकता। कहने वाले तेरे रह समाए, कहने वाले तेरे रह समाए, जेड़े तेन कहन वाले सन जे उन्होंने तेरे गुणा के नाल सांझ पाई तो तेरे विच ही समा गए, वो जुदा नहीं रहे। क्योंकि जो आप कबीर साहब जी की बाणी पढ़ते हैं वो कहते हैं अब तो जाए चढ़े सिंहासन मिला है सारन पानी, राम कबीरा एक पए हैं कोई ना सके पछानी। कबीर साहब को पूछा भी तुसी कहते हो राम ते कबीर एक हो गए ने, कोई पछाण नहीं सकता, तो फिर तुहानू पता लग गया होना भी रब किड्डा वड्डा है। वो कहते भी नहीं, कहते ने कबीर सात समुंदे मस करो, कलम करो बनराए, बसता कागज जो करो, हर जस लिखन न जाए। कहने लगे
चाहे मैं सारी कायनात दियां कलमां बना लवां, रुखां दियां कलमां बना लवां, ते 7 समुंदर दी स्याही बना लवां, ते जितनी धरती है इसनूं कागज बना लवां, जे मैं उहदे नाल लिखना चाहां, हवा जिहड़ी अपने आप उस नूं लिखी जावे, कहण लगे तां भी हर जस लिखन ना जाए। उस परमात्मा की जिहड़ी है वडियाई नहीं लिखी जा सकती। तो सतगुरु जी कह रहे हैं, कहने वाले तेरे रह समाए को तेरे विच ही समा गए। जिस तरह एक दरिया समुंदर दे विच समा जाता है ते उहदे विच समा करके अपना आप नहीं गणांदा। ते सतगुरु जी की बाणी दे विच जपजी साहिब विच आप जी पढ़ते हो, सा लाही सा लाह एती सुरत ना पाईया, नदियां अते वाह भवे समुंदर ना जाणी। जदों समुंदर दे विच नदियां पै जांदियां ने, फिर उन्हां दा अपना जिहड़ा वजूद है खत्म हो जाता है, वो समुंदर का ही रूप हो जांदियां ने। ਉਹਦੇ ਵਿੱਚ ਉਹ ਨਹੀਂ ਕਹਿੰਦੀਆਂ कि मैं समुंदर ਦੇ ਵਿੱਚ मैं फलाना दरिया मैं फलाना दरिया हाँ। वो केवल तो केवल जो सफ़र करते हैं उदों तो है जो समुंदर में पै गया। हुण जो असी सफ़र करते हाँ, नाम जपते हाँ, तो जो असी नाम जप करके जो उस परमात्मा के अभेद हो जाते हैं, तो फिर साडे विच ते रब दे विच कोई फर्क नहीं पै जांदा। ते फिर रब का स्वरूप दसन वाला कोई जिहड़ा है दस ही नहीं सकता कि रब किस तरह का, क्योंकि वो उदा ही रूप हो गया। हुण रब अपने बारे की दसे, रब नूं तां जिहड़े पाण गए उहदे विच ही समा गए। ते सतगुरु जी कहण लगे, कहने वाले तेरे रह समाए तेरे विच ही समा गए। वड्डे मेरे साहिबा गहन गंभीरा गुणी गहीरा, कोई न जाने तेरा केता किमर चीरा। इस तो अगे दी विचार कल नूं साझी करांगे। सो इन्नियां बेनतियां प्रवान करनियां, बड़े सत्कार दे नाल फतेह बुलाइए। आखी जी वाहिगुरू जी का खालसा वाहिगुरू।